बीते दिनों अमेरिका में नदी में डूबे 3 बच्चों की जान बचाते बचाते खुद को मौत के गले लगाने वाले युवक मंजीत सिंह की तारीफ अमेरिका भारत के साथ साथ पूरी दुनिया में हो रही है। और हो भी क्यों ना, मंजीत सिंह ने इंसानियत का फर्ज निभाते हुए पंजाब तथा भारत का नाम पूरी दुनिया में रोशन किया है। यहाँ तक तो आप सब जानते हैं। अब हम बताते हैं आपको आगे की कहानी। देखिए 7C न्यूज़ की खास रिपोर्ट। जय हिंद दोस्तों, तुसीं देख रहे हो 7C न्यूज़ की खास पेशकश। ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਨੇੜੇ ਪਿੰਡ ਛੀਨੇ ਦੇ ਵਿੱਚ, ਜਿੱਥੇ ਕਿ ਪਿਛਲੇ ਦਿਨੀ ਅਮਰੀਕਾ ਦੇ ਵਿੱਚ 29 ਸਾਲਾ ਨੌਜਵਾਨ ਮਨਜੀਤ ਸਿੰਘ 3 ਬੱਚਿਆਂ ਦੀ ਜਾਨ ਬਚਾਉਂਦਾ ਹੋਇਆ ਨਹਿਰ ਦੇ ਵਿੱਚ ਆਪ ਡੁੱਬ ਗਿਆ ਤੇ ਉਸ ਦੀ ਮੌਤ ਹੋ ਗਈ। ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਹਰ ਜਗ੍ਹਾ ਉਸ ਦੇ ਚਰਚੇ ਹੋਏ ਔਰ ਇੰਡੀਆ ਵੱਲੋਂ, ਪੰਜਾਬ ਵੱਲੋਂ ਮਾਣ ਵੀ ਕੀਤਾ ਗਿਆ ਕਿ ਇੱਕ ਪੰਜਾਬੀ ਨੌਜਵਾਨ ਨੇ ਅਮਰੀਕਾ ਦੇ ਵਿੱਚ 3 ਬੱਚਿਆਂ ਦੀ ਜਿਹੜੀ ਜਾਨ ਉਹ ਬਚਾਈ। ਔਰ ਅਮਰੀਕਾ ਨੇ ਵੀ ਪੂਰਾ ਸਨਮਾਨ ਦਿੱਤਾ ਮਨਜੀਤ ਸਿੰਘ ਨੂੰ ਔਰ ਉਸੇ ਜਗ੍ਹਾ ਤੇ ਮਨਜੀਤ ਸਿੰਘ ਦੇ ਨਾਂ ਦਾ ਸਮਾਰਕ ਵੀ ਜਲਦ ਹੀ ਬਣੇਗਾ। ਪਰ ਇਹ ਤੇ ਹੋਈ ਮਾਣ ਵਾਲੀ ਗੱਲ ਔਰ ਪਰਿਵਾਰ ਵਾਸਤੇ ਕਿਤੇ ਨਾ ਕਿਤੇ ਦੁੱਖ ਵੀ ਹੈ, ਉਹਨਾਂ ਨੇ ਆਪਣਾ ਬੱਚਾ ਖੋਇਆ। ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਵੱਡੀ ਜਿਹੜੀ ਗੱਲ ਹੈ ਉਹ ਇੱਥੇ ਇਹ ਢੁਕਦੀ ਹੈ ਕਿ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਤੱਕ ਜਿਹੜੀ ਉਹਦੀ ਡੈੱਡ ਬੋਡੀ ਹੈ, ਉਹਦਾ ਜਿਹੜਾ ਪਾਰਥਿਵ, ਉਹਦੀ ਦੇਹ ਹੈ, ਸਰੀਰ ਜਿਹੜਾ ਕਦੋਂ ਇੱਥੇ ਪਿੰਡ ਪਹੁੰਚੇਗਾ। ਔਰ ਵੱਡੇ ਵੱਡੇ ਰਾਜਨੇਤਾਵਾਂ ਨੇ ਦੁੱਖ ਤੇ ਪ੍ਰਗਟ ਕੀਤਾ, ਲੀਡਰਾਂ ਨੇ ਦੁੱਖ ਪ੍ਰਗਟ ਕੀਤਾ, ਮਾਣ ਵੀ ਕੀਤਾ ਪੰਜਾਬੀਅਤ ਤੇ, ਪਰ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਡੈੱਡ ਬੋਡੀ ਘਰ ਕਦੋਂ ਤੇ ਕਿਸ ਤਰ੍ਹਾਂ ਪਹੁੰਚੇਗੀ। ਕਿਸੇ ਸਮੇਂ ਸੁਸ਼ਮਾ ਸਵਰਾਜ, ਜੋ ਕਿ ਸਾਡੇ ਵਿਦੇਸ਼ ਮੰਤਰੀ ਰਹੇ ਨੇ, ਸਵਰਗੀ ਸੁਸ਼ਮਾ ਸਵਰਾਜ, ਮੰਨਿਆ ਜਾਂਦਾ ਸੀਗਾ ਜਦੋਂ ਵਿਦੇਸ਼ ਦੇ ਵਿੱਚ ਕੋਈ ਫਸ ਜਾਂਦਾ ਸੀ ਜਾਂ ਕਿਸੇ ਦੀ ਡੈੱਡ ਬੋਡੀ ਲਿਆਉਣੀ ਹੁੰਦੀ ਸੀ ਤੇ ਸੁਸ਼ਮਾ ਸਵਰਾਜ ਅੱਗੇ ਵੱਧ ਚੜ੍ਹ ਕੇ ਉਹ ਕੰਮ ਕਰਵਾਉਂਦੀ ਸੀਗੀ। ਪਰ ਅੱਜ ਦੀ ਜੇ ਗੱਲ ਕਰੀਏ ਤੇ ਪਿਛਲੇ ਕੁਝ ਸਮੇਂ ਤੋਂ ਸਨੀ ਦਿਓਲ ਇਹ ਡਿਊਟੀ ਬਾਖੂਬੀ ਨਿਭਾ ਰਹੇ ਨੇ। ਸਾਂਸਦ ਸਨੀ ਦਿਓਲ ਹਰ ਵਿਦੇਸ਼ ਦੇ ਵਿੱਚ ਫਸੇ ਹੋਏ ਨੌਜਵਾਨ ਜਾਂ ਕਿਸੇ ਵੀ ਸ਼ਖਸ ਦੇ ਲਈ ਪੂਰੀ ਲੜਾਈ ਲੜਦੇ ਨੇ। ਇਸ ਕੇਸ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਨਜ਼ਰ ਆਇਆ। ਡੈੱਡ ਬੋਡੀ ਜਿਹੜੀ ਹੈ ਉਹ ਕਰੀਬ 8 ਤੋਂ 10 ਦਿਨਾਂ ਦੇ ਵਿੱਚ ਹੀ ਪਰਿਵਾਰ ਨੂੰ ਮਿਲ ਗਈ। ਸਿਰਫ ਸਨੀ ਦਿਓਲ ਦੀ ਇੰਟੈਂਸ਼ਨ ਕਰਕੇ। ਲੋਕ ਭਾਵੇਂ ਜੋ ਮਰਜ਼ੀ ਕਹਿਣ ਕਿ ਮੁੰਬਈ 'ਚ ਰਹਿੰਦੇ ਨੇ ਜਾਂ ਫਿਰ ਆਪਣੇ ਏਰੀਏ 'ਚ ਨਹੀਂ ਲੱਭਦੇ, ਪਰ ਜੇ ਇੱਕ ਪਰਿਵਾਰ ਵਾਸਤੇ ਇਸ ਤਰ੍ਹਾਂ ਦੀ ਲੜਾਈ ਲੜ ਰਹੇ ਔਰ ਜਿਨ੍ਹਾਂ ਦਾ ਬੱਚਾ ਗਿਆ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ, ਕਿਸ ਤਰ੍ਹਾਂ ਦਾ ਸਮਾਂ ਹੋਏਗਾ ਜਦੋਂ ਕਿ ਉਹਨਾਂ ਨੂੰ ਇਹ ਸੁਣਨਾ ਪਵੇ ਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਉਹ 1 ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਮਿਲੇਗੀ। ਔਰ ਉੱਤੋਂ ਤੁਸੀਂ ਦੇਖੋ ਕਿ ਕਰੋਨਾ ਕਾਲ ਚੱਲ ਰਿਹਾ, ਕਰੋਨਾ ਦੇ ਚਲਦਿਆਂ ਇਸ ਤਰ੍ਹਾਂ ਡੈੱਡ ਬੋਡੀ ਲਿਆਉਣਾ ਇੱਕ ਵਾਕਈ ਤਾਰੀਫ ਦੀ ਗੱਲ ਹੈ, ਜੋ ਕਿ ਸਨੀ ਦਿਓਲ ਹੋਰਾਂ ਵੱਲੋਂ ਇਹ ਕੰਮ किया गया। जब 7C न्यूज़ की टीम पहुंची मंजीत के घर तो एक तरफ परिवार वालों को मंजीत से बिछड़ने का गम था, तो वहीं दूसरी तरफ मंजीत के कारनामे से गर्व से लबरेज था मंजीत का पिता। आप भी सुनिए क्या कहा मंजीत के पिता तथा चाचा ने। परिवार ने अपना एक बच्चा गवाया, अज असीं उन्हां दे घर पहुंचे हैं। उस दिन तो लैके अज तक की हालात ने परिवार दे, तुहाडे नाल असीं रूबरू करवावांगे। साडे नाल उन्हां दे फादर सरदार गुरबख्श सिंह जुड़े हुए ने, गल करांगे उहदे नाल। सरदार जी, सब तो पहले तो ये दसो कि तुहानूं कदों पता लगा कि इस तरह अमेरिका दे विच हो गया? सानूं 6 तरीक नूं पता लग गया जी। हाँ जी। फोन आया सीगा उत्थों किसी दा? फोन आ दोस्तों का फोन आया। हाँ जी। जिसले तुहानूं ये पता लगा कि उन्होंने 3 बच्चों की जान बचाते बचाते अपनी जान दी है, फकर महसूस होया अपने बेटे के उत्ते? हाँ जी, परिवार नूं दुख तो बड़ा हुंदा वा, पर फिर फकर ही महसूस करने कि चंगा काम कीता उन्हें। अपनी कौम के लिए, अपने पंजाब के लिए, देश के लिए उन्होंने अच्छा काम किया। की चाहते हो तुसीं कि सरकार किस तरह उन्होंने नवाजे? क्योंकि अमेरिका के तो बहुत सारे काम हो रहे हैं उन्होंने नाम तो लैके उत्थे जगह भी बनाई जा रही है, वो पूरा तफसील च दसोगे कि उत्थे हो रहा है? इसलिए असीं तो नहीं शहीद का दर्जा दिता जाए उन्होंने पंजाब दे विच, हिंदुस्तान दे विच ਉਹਦੀ कोई यादगार बनाई जाए चंगी। पिंड छीना दे विच, पिंड छीना ਜਿਹੜੀ ਆਉਣ ਵਾਲੇ ਪੀੜ੍ਹੀ ਨੂੰ ਚੇਤਾ ਰਵੇ। ਹਾਂਜੀ ਹਾਂਜੀ। ਤੇ ਉਸ ਤੋਂ ਪਹਿਲਾਂ ਤੁਹਾਡੀ ਆਖਰੀ ਵਾਰੀ ਕਦੋਂ ਗੱਲ ਹੋਈ ਸੀ ਮਨਜੀਤ ਹੋਰਾਂ ਨਾਲ? 5-4 ਦਿਨ ਪਹਿਲਾਂ ਹੋਈ ਆ ਜੀ। ਕੀ ਗੱਲਬਾਤ ਹੋਈ ਸੀ? ਬਸ ਕੋਈ ਇਹੋ ਜਿਹੀ ਗੱਲ ਨਹੀਂ, ਰਾਜੀ ਬਾਜੀ ਦਾ ਹੀ ਪਤਾ ਲੱਗਾ। ਹਾਲ ਚਾਲ ਹੀ ਪੁੱਛਿਆ? ਹਾਲ ਚਾਲ। ਤੇ ਜਿਸ ਤਰ੍ਹਾਂ ਕਿ ਉਹ ਨਦੀ ਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਜਾਨ ਬਚਾਈ ਤੈਰ ਕੇ, ਤੈਰਦੇ ਸੀਗੇ ਉਹ ਪਿੰਡ ਇੱਥੇ ਵੀ ਤੈਰਦੇ ਸੀਗੇ? ਤਰਨਾ ਨਹੀਂ ਹੁੰਦਾ ਜੀ ਉਹਨਾਂ ਨੂੰ ਬਿਲਕੁਲ। ਅੱਛਾ, ਤੈਰਨਾ ਨਹੀਂ ਸੀ ਆਉਂਦਾ ਸੀ? ਤਰਨਾ ਨਹੀਂ ਹੁੰਦਾ ਜੀ ਉਹਨਾਂ ਨੂੰ। ਫਿਰ ਵੀ ਉਹਨਾਂ ਨੇ ਜਿਹੜੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਬੱਚਿਆਂ ਨੂੰ ਬਚਾ ਲਿਆ। ਕਿਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹਾਵ ਭਾਵ ਸੀ ਜਾਂ ਕਿਸ ਤਰ੍ਹਾਂ ਦੀ ਦੋਸਤੀ ਸੀਗੀ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਸੀਗਾ? ਇੱਥੇ ਲੋਕਾਂ ਨਾਲ ਬੜਾ ਪਿਆਰ ਸੀ ਜਿਹਦਾ ਜੀ। ਮਾੜੇ ਚੰਗੇ ਦੀ ਮਦਦ ਕਰਦਾ ਸੀ ਵੇਲੇ ਕੋਲੇ ਹੀ। ਹਾਂਜੀ, ਬੜਾ ਸੱਜਣਾ ਮਿੱਤਰਾਂ ਨਾਲ ਹੱਸ ਖੇਡ ਕੇ ਰਹਿੰਦਾ ਸੀਗਾ। ਕਿੰਨੇ ਬੱਚੇ ਸਰਦਾਰ ਜੀ ਤੁਹਾਡੇ? 2-3 ਬੱਚੇ ਆ ਜੀ, 2 ਕਾਕੇ ਆ ਤੇ 1 ਗੁੱਡੀ। ਦੂਸਰਾ ਬੇਟਾ ਕੀ ਕਰਦਾ? ਪਿੰਡ ਹੀ ਆ ਜੀ, ਸੇਵਾ ਵੀ ਕਰਦੇ। ਪਿੰਡ ਹੀ। ਤੇ ਕਦੋਂ ਤੋਂ ਅਮਰੀਕਾ ਗਏ ਹੋਏ ਸੀ ਮਨਜੀਤ ਸਿੰਘ? ਉਹ ਤਕਰੀਬਨ 2.5 ਸਾਲ ਤੋਂ ਪਹਿਲਾਂ
ਅਮਰੀਕਾ ਹੋਏ ਬਾਹਰ ਜਾਣ ਦੇ ਸ਼ੌਕੀਨ ਸੀਗੇ ਜਾਂ ਵੈਸੇ ਹੀ ਮਤਲਬ ਬਾਹਰ ਜਾਣ ਦੇ ਸ਼ੌਕੀਨ ਹੀ ਬੜੇ ਜੀ ਉਹ। ਸ਼ੁਰੂ ਤੋਂ ਹੀ? ਪਹਿਲਾਂ ਗਏ ਆ ਜੀ ਸਿੰਗਾਪੁਰ, ਫਿਰ ਦੋਹਾ ਕਤਰ ਗਏ ਆ, ਫਿਰ ਮੁੜ ਕੇ ਅਮਰੀਕਾ ਗਿਆ। ਹਾਂਜੀ। ਤੇ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਦੇ ਸੀਗੇ? ਠੀਕ ਹੀ ਲੈ ਕੇ ਮੁੰਡਾ ਜੀ ਹੋਏ ਪੜ੍ਹਾਈ ਕਿੰਨਾ ਪੜ੍ਹੇ ਹੋਏ ਸੀ? +2 ਸੀਗਾ। ਅੱਛਾ +2 ਕੀਤੀ ਹੋਈ। ਖੇਡਾਂ 'ਚ ਬੜਾ ਤਗੜਾ, ਇੱਕ ਕਬੱਡੀ ਦਾ ਪਲੇਅਰ। ਅੱਛਾ ਕਬੱਡੀ ਦੇ ਪਲੇਅਰ ਵੀ ਸੀਗੇ। ਹਾਂਜੀ। ਤੇ ਹੁਣ ਉੱਥੇ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਨੂੰ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਜਿਹੜਾ ਤੁਹਾਡੀ ਨੌਲੇਜ 'ਚ ਹੋਵੇ? ਉੱਥੇ ਤੇ ਬੜਾ ਸਨਮਾਨਿਤ ਕੀਤਾ ਜਾ ਰਿਹਾ ਜੀ, ਉਹਨਾਂ ਦੇ ਥਾਈਂ ਉਹਨਾਂ ਦੇ ਭੋਗ ਪਾਏ ਰਹੇ ਜਾ ਰਹੇ ਹਰ ਥਾਈਂ ਉਹਨਾਂ ਦੇ, ਤੇ ਬੜਾ ਸਨਮਾਨਿਤ ਕੀਤਾ ਜਾ ਰਿਹਾ ਜੀ ਉਹਨਾਂ ਨੂੰ। ਹੁਣ ਮੈਂ ਮੇਨ ਗੱਲ ਪੁੱਛਣ ਜਾ ਰਿਹਾ ਕਿ ਬਹੁਤ ਸਾਰੀਆਂ ਮੌਤਾਂ ਵਿਦੇਸ਼ਾਂ ਦੇ ਵਿੱਚ ਹੋ ਜਾਂਦੀਆਂ ਔਰ ਪਰਿਵਾਰਾਂ ਨੂੰ ਡੈੱਡ ਬੋਡੀ ਲੈਣ ਵਾਸਤੇ ਬੜਾ ਸੰਘਰਸ਼ ਕਰਨੇ ਪੈਂਦਾ। ਇਹ ਤੇ ਬਹੁਤ ਵੱਡਾ ਇੱਕ ਕੰਮ ਕੀਤਾ, ਇਨਸਾਨੀਅਤ ਦੇ ਨਾਤੇ ਉਹਨਾਂ ਨੇ ਆਪਣੀ ਜਾਨ ਦਿੱਤੀ, ਜਦ ਕਿ ਉਹ ਬੱਚਿਆਂ ਨੂੰ ਜਾਣਦੇ ਵੀ ਨਹੀਂ ਸੀ, ਪਹਿਚਾਣਦੇ ਵੀ ਨਹੀਂ ਸੀ। ਔਰ ਮੈਕਸੀਕਨ ਬੱਚੇ ਸੀਗੇ ਅਮਰੀਕਾ ਦੇ ਵਿੱਚ, ਉਹ ਨਾ ਉਹਨਾਂ ਨੂੰ ਬੱਚੇ ਜਾਣਦੇ ਸੀਗੇ ਨਾ ਉਹ ਜਾਣਦੇ ਸੀਗੇ। ਦੂਸਰਾ ਤੁਸੀਂ ਦੱਸਿਆ ਕਿ ਤਰਨਾ ਵੀ ਨਹੀਂ ਸੀ ਆਉਂਦਾ। ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਜਿਹੜਾ ਡੈੱਡ ਬੋਡੀ ਨੂੰ ਟਾਈਮ ਲੱਗ ਸਕਦਾ ਸੀ, ਪਰ ਤੁਸੀਂ ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਕਿ ਬਹੁਤ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਆ ਗਈ ਸੀ, ਕਿਉਂਕਿ ਤੁਹਾਨੂੰ ਜਿਹੜਾ ਉਹ ਖੱਜਲ ਖੁਆਰ ਨਹੀਂ ਹੋਣਾ ਪਿਆ। ਕਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਦੱਸੋਗੇ ਕਿ ਕਿਸ ਤਰ੍ਹਾਂ ਤੁਹਾਨੂੰ ਜੂਝਣਾ ਪਿਆ ਉਸ ਸਭ ਦੇ ਨਾਲ? ਵੇਖੋ ਜੀ, ਉਹ ਸਰਕਾਰ ਨੇ ਵੀ ਬੜੀ ਮਦਦ ਕੀਤੀ, ਉੱਧਰ ਦੀ ਸਰਕਾਰ ਨੇ ਵੀ, ਸਾਡੀਆਂ ਨੇ ਵੀ ਕੀਤੀ ਹੈ, ਪਰ ਸ਼ਨੀ ਦਿਓਲ ਨੇ ਜ਼ਿਆਦਾ ਕੀਤੀ ਸਾਰਿਆਂ ਨੂੰ ਵੱਧ। ਜਿਹੜੇ ਸਾਡੇ ਸਾਂਸਦ ਸਨੀ ਦਿਓਲ ਨੇ, ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਮਦਦ ਤੁਹਾਡੀ ਕੀਤੀ ਗਈ? ਬੜੀ ਮਦਦ ਕੀਤੀ ਹੈ ਜੀ ਉਹਨਾਂ ਨੇ, ਸਾਰਿਆਂ ਨੂੰ ਵੱਧ ਉਹਨਾਂ ਮਦਦ ਕੀਤੀ ਹੈ, ਬੜੀ ਪੈਰਵਾਈ ਕੀਤੀ ਹੈ ਜੀ ਉਹਨਾਂ। ਹਾਂਜੀ। ਸਾਨੂੰ ਫੋਨ ਆਉਂਦੇ ਰਹੇ ਇੱਥੇ ਮਿੰਟ ਸਰ ਉਹਨਾਂ ਦੇ ਦਫ਼ਤਰ ਤੋਂ? ਉਹ ਵੀ ਦੱਸਦੇ ਰਹੇ ਸਾਨੂੰ ਵੀ ਉਹਨਾਂ ਦੇ ਫੋਨ ਆ ਰਹੇ ਬੜੇ। ਅੱਛਾ ਉਹ ਦਰਬਾਰ ਵੀ? ਬਾਹਰ ਵਾਲਾ ਜੀ। ਹਾਂਜੀ। ਮਤਲਬ ਦੋਨੇ ਪਾਸੋਂ ਤੁਹਾਨੂੰ ਕਾਲਸ ਆਉਂਦੀਆਂ ਰਹੀਆਂ? ਆਉਂਦੀਆਂ ਰਹੀਆਂ ਜੀ, ਆਉਂਦੀਆਂ ਠੀਕ ਹੈ। ਤੇ ਇਹ ਸਨ ਸਾਡੇ ਨਾਲ ਸਰਦਾਰ ਗੁਰਬਖਸ਼ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਕਾਫੀ ਜੁਝਾਰੂ ਸੀਗਾ ਮਨਜੀਤ ਸਿੰਘ ਔਰ ਪਿੰਡ ਦੇ ਵਿੱਚ ਵੀ ਲੋਕਾਂ ਦੀ ਮਦਦ ਕਰਦਾ ਸੀ ਔਰ ਕਬੱਡੀ ਦਾ ਪਲੇਅਰ ਵੀ ਸੀਗਾ। ਪਰ ਵੱਡੀ ਗੱਲ ਕਿ ਤਰਨਾ ਨਹੀਂ ਸੀ ਆਂਦਾ ਔਰ ਫਿਰ ਵੀ ਬੱਚਿਆਂ ਦੀ ਜਾਨ ਬਚਾਉਣ ਉਹ ਨਹਿਰ ਦੇ ਵਿੱਚ ਛਾਲ ਮਾਰ ਗਿਆ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਕੋਈ ਯਾਦਗਾਰ ਐਸੀ ਬਣਨੀ ਚਾਹੀਦੀ ਹੈ ਕਿ ਦੁਨੀਆ ਯਾਦ ਕਰੇ ਕਿ ਕੋਈ ਇਨਸਾਨੀਅਤ ਦੇ ਨਾਤੇ ਇੱਕ ਬੰਦਾ ਸ਼ਹੀਦ ਹੋਇਆ। ਤੇ ਪਿੰਡ ਦੇ ਵਿੱਚ ਸਾਡੀ ਸਰਕਾਰ ਵੱਲੋਂ ਜਿਸ ਤਰ੍ਹਾਂ ਅਮਰੀਕਾ ਕੰਮ ਕਰ ਰਿਹਾ, ਉਸ ਤਰ੍ਹਾਂ ਸਾਡੀ ਸਰਕਾਰ ਵੀ ਜਿਹੜੀ ਹੈ ਉਹ ਪਿੰਡ ਦੇ ਵਿੱਚ ਕੋਈ ਐਸਾ ਯਾਦਗਾਰ ਬਣਾਏ ਕਿ ਦੁਨੀਆ ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰੇ। ਤੁਸੀਂ ਵੀ ਅਕਸਰ ਅਖਬਾਰਾਂ 'ਚ ਪੜ੍ਹਦੇ ਹੋ ਕਿ ਬੜਾ ਸਮਾਂ ਲੱਗ ਜਾਂਦਾ, ਬੜਾ ਜੂਝਣਾ ਪੈਂਦਾ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਡੈੱਡ ਬੋਡੀਜ਼ ਵਾਸਤੇ। ਇਸ ਕੇਸ ਦੇ ਵਿੱਚ ਕਿੰਨੀ ਜਲਦੀ ਡੈੱਡ ਬੋਡੀ ਆ ਗਈ ਔਰ ਤੁਸੀਂ ਕੀ ਸਮਝਦੇ ਹੋ ਕਿ ਕਿਹਦੀ ਵਜ੍ਹਾ ਨਾਲ ਇਹ ਕੰਮ ਹੋ ਸਕਿਆ? ਇਹ ਸਾਡੇ ਸਾਂਸਦ ਜੀ ਜਿਹੜੇ ਸਨੀ ਦਿਓਲ, ਉਹਨਾਂ ਦੀ ਮਿਹਰਬਾਨੀ ਆ। ਤੇ ਉਸ ਤੋਂ ਪਹਿਲਾਂ ਸਾਡੇ ਸਰਪੰਚ ਸਾਹਿਬ ਨੇ, ਇਹ ਬਾਬਾ ਬੋਧ ਸਿੰਘ ਜੀ ਦੇ ਭਣੇਵੇਂ ਨੇ, ਇਹਨਾਂ ਦੀ ਜਾਣ ਪਛਾਣ ਦੀ ਕਾਰਨ ਹੀ ਸਾਡੀ ਜਿਹੜੀ ਬਾਡੀ ਆ ਇੰਨੀ ਜਲਦੀ ਆ ਸਕੀ ਆ। ਇਹ ਸਾਨੂੰ ਇਹ ਸਰਪੰਚ ਸਾਹਿਬ ਹੁੰਦਿਆਂ ਸਾਨੂੰ ਇਹਨਾਂ 'ਤੇ ਬਹੁਤ ਮਾਣ ਆ ਕਿ ਜਿਹੜਾ ਇਹਨਾਂ ਨੇ ਆਪਣੀ ਮਿਹਨਤ ਸਦਕਾ ਜੋ ਕੀਤਾ ਵਾ। ਹੋਰ ਸਾਡੀ ਸਰਕਾਰਾਂ ਨੇ ਤੇ ਕੋਈ ਨਹੀਂ ਸਾਨੂੰ ਪੁੱਛੀ ਬਾਤ ਆਣ ਕੇ ਕਿਸੇ ਦੀ। परिवार वालों के साथ साथ गांव के लोग भी सांसद सनी देओल द्वारा किए गए कार्य की कर रहे हैं प्रशंसा। उनका कहना है कि जहां पंजाब के नेताओं ने मंजीत के शव को लाने के बारे में नहीं की कोई बात, वहीं सांसद सनी देओल ने बिना देर किए समझी परिवार की वेदना। ਬੀਤੇ ਦਿਨੀ ਜਿਹੜਾ ਸਾਡੇ ਪਿੰਡ ਦਾ ਮਾਣ, ਪੰਜਾਬੀਅਤ ਦਾ ਮਾਣ ਮਨਜੀਤ ਸਿੰਘ ਸ਼ੀਨਾ, ਜਿਸ ਨੇ ਕਿ ਰੀਡਲੀ ਬ੍ਰਿਜ ਅਮਰੀਕਾ ਦੇ ਵਿੱਚ 3 ਬੱਚਿਆਂ ਦੀ ਜਾਨ ਬਚਾਉਂਦਿਆਂ ਹੋਇਆਂ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ। ਬੇਹੱਦ ਮਾਣ ਮਹਿਸੂਸ ਕਰਦੇ ਹਾਂ ਅਸੀਂ ਉਸ ਬਹਾਦਰ ਕੌਮ ਦੇ ਸ਼ੇਰ ਦੇ ਉੱਪਰ। ਔਰ ਇਸ ਦੇ ਲਈ ਸਾਡੇ ਬਹੁਤ ਪਿੰਡ ਦੇ ਵਿੱਚ ਲੀਡਰ ਸਾਹਿਬਾਨ ਨੇ ਵੀ ਬਹੁਤ ਸਹਿਯੋਗ ਦਿੱਤਾ, ਬਹੁਤ ਲੋਕ ਆਏ। ਲੇਕਿਨ ਸਾਡੇ ਇਲਾਕੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ MP ਸਾਹਿਬਾਨ ਸਨੀ ਦਿਓਲ ਜੀ, ਮੈਂ ਧੰਨਵਾਦੀ ਹਾਂ ਉਹਨਾਂ ਦੀ ਕਿ ਜਿਨ੍ਹਾਂ ਨੇ ਕਿ 11 ਦਿਨ ਦੇ ਵਿੱਚ ਡੈੱਡ ਬੋਡੀ ਜਿਹੜੀ ਸੀ ਉਹ ਪਰਿਵਾਰ ਦੇ ਕੋਲ ਉਹਨਾਂ ਨੇ ਪਹੁੰਚਾਈ, ਜਿਹੜਾ ਕਿ ਆਮ ਆਦਮੀ ਨਹੀਂ ਸੀ ਇਹ ਕੰਮ ਕਰ ਸਕਦਾ। 2-2 ਮਹੀਨੇ तक भी डेड बॉडीज ਤੁਹਾਨੂੰ पता रुलदियाँ रहंदियां ने। सांसद सनी देओल ने नहीं की कोई राजनीति तथा परिवार वालों के साथ साथ गांव के समझे जज्बात तथा निभाया अपना फर्ज। और क्या क्या कहा नेशनल अवार्डी सरपंच पंथदीप सिंह ने। ਪਿੰਡ ਛੀਨੇ ਦੇ ਸਰਪੰਚ ਪੰਥਦੀਪ ਜੀ ਸਾਡੇ ਨਾਲ ਨੇ, ਉਹਦੇ ਨਾਲ ਗੱਲ ਕਰਾਂਗੇ। ਪੰਥਦੀਪ ਜੀ, ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਾ ਔਰ ਕੀ ਸਾਰਾ ਮਾਮਲਾ ਸੀਗਾ? ਮੈਨੂੰ ਜੀ 6 ਤਰੀਕ ਨੂੰ ਪਤਾ ਲੱਗਾ। ਤਾਂ ਉੱਥੇ ਅਮਰੀਕਾ ਦੇ ਵਿੱਚ ਕਿੰਗਸ ਰਿਵਰ ਆ, ਉੱਥੇ 3 ਬੱਚੇ ਜਿਹੜੇ ਮੈਕਸੀਕਨ ਮੂਲ ਦੇ ਸੀ, ਉਹਨਾਂ ਨੂੰ ਬਚਾਉਂਦਿਆਂ ਹੋਇਆਂ ਸਾਡੇ ਪਿੰਡ ਦੇ ਜਿਹੜੇ ਸ਼ਹੀਦ ਮਨਜੀਤ ਸਿੰਘ ਆ, ਉਹਨਾਂ ਨੂੰ ਬਚਾਉਂਦਿਆਂ ਖੁਦ ਡੁੱਬ ਕੇ ਜਿਹੜੀ ਉਹਨਾਂ ਦੀ ਆਪਣੀ ਜਾਨ ਜਿਹੜੀ ਦੇ ਦਿੱਤੀ ਗਈ ਹੈ। ਸੋ 6 ਤਰੀਕ ਨੂੰ ਮੈਨੂੰ ਪਤਾ ਲੱਗਾ ਇਹਨਾਂ ਬਾਰੇ। ਕੀ ਮੰਗ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਸਾਰਿਆਂ ਨੂੰ ਪਤਾ ਕਿ ਉਹ ਬਹੁਤ ਬਹਾਦਰੀ ਭਰਿਆ ਕੰਮ ਉਹਨਾਂ ਨੇ ਕੀਤਾ, ਪਰ ਪਿੰਡ ਵੱਲੋਂ ਇਸ ਵੇਲੇ ਕੀ ਡਿਮਾਂਡ ਔਰ ਕੀ ਹੋਣਾ ਚਾਹੀਦਾ? ਦੇਖੋ ਜੀ, ਮੈਂ ਸਮਝਦਾ ਹਾਂ ਕਿ ਜਦੋਂ ਵੀ ਅਸੀਂ ਕੋਈ ਆਪਣੇ ਦੇਸ਼ ਦੇ ਲਈ ਕਰਦੇ ਹਾਂ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ, ਪਰ ਇਹ ਦੇਸ਼ ਦੇ ਲਈ ਨਾ ਕਰਕੇ ਮਨੁੱਖਤਾ ਦੇ ਲਈ ਕੀਤਾ ਗਿਆ, ਇਨਸਾਨੀਅਤ ਦੇ ਲਈ ਕੀਤਾ ਗਿਆ। ਸਭ ਤੋਂ ਜਿਹੜਾ
ਉੱਚਾ ਧਰਮ ਆ ਜਾਂ ਵਿਸ਼ੇਸ਼ ਧਰਮ ਆ ਉਹ ਇਨਸਾਨੀਅਤ ਆ ਤੇ ਜਦੋਂ ਕੋਈ ਇਨਸਾਨੀਅਤ ਦੇ ਲਈ ਆਪਣੀ ਜਾਨ ਦੇ ਰਿਹਾ ਤਾਂ ਮੈਂ ਸਮਝਦਾ ਕਿ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ ਨਾਲ ਉਹਨੂੰ ਬਰੇਵਰੀ ਅਵਾਰਡ ਵੀ ਸਾਡੇ ਭਾਰਤ ਸਰਕਾਰ ਵੱਲੋਂ ਦਿੱਤਾ ਜਾਣਾ ਚਾਹੀਦਾ। ਅਮਰੀਕਾ ਦੇ ਵਿੱਚ ਉੱਥੋਂ ਦੀ ਗਵਰਨਮੈਂਟ ਵੱਲੋਂ ਉਹ ਜਿਹੜੀ ਰਿਵਰ ਸੀ ਉਹਦੀ ਜਿਹੜੀ ਪਾਰਕ ਆ ਉਹਦਾ ਨਾਮ ਮਨਜੀਤ ਸਿੰਘ ਦੇ ਨਾਮ ਤੇ ਰੱਖਿਆ ਜਾ ਰਿਹਾ। ਉੱਥੇ ਮਨਜੀਤ ਸਿੰਘ ਦਾ ਸਟੈਚੂ ਵੀ ਲੱਗ ਰਿਹਾ। ਉਹਦੇ ਸਨਮਾਨ ਵਜੋਂ ਅਮਰੀਕਾ ਦਾ ਝੰਡਾ ਜਿਹੜਾ ਉਹਨਾਂ ਨੇ ਥੱਲੇ ਕੀਤਾ। ਸੋ ਬੈਟਰ ਆ ਕੋਈ ਪ੍ਰੈਕਟੀਕਲ ਯਾਦਗਾਰ ਉਹਦੀ ਬਣਨੀ ਚਾਹੀਦੀ ਆ। ਸ਼ੀਨਾ ਪਿੰਡ ਦੇ ਵਿੱਚ ਕੋਈ ਯਾਦਗਾਰ ਵਿਕਸਿਤ ਹੋਵੇ। ਸਾਡੇ ਪਿੰਡ ਦਾ ਜਿਹੜਾ ਸਕੂਲ ਆ ਉਹਦੀ ਬਹੁਤ ਮਾੜੀ ਹਾਲਤ ਆ। ਉਹਦਾ ਬਿਲਡਿੰਗ ਪੱਖੋਂ ਕਹਿ ਲਈਏ, ਇਨਫਰਾਸਟ੍ਰਕਚਰ ਪੱਖੋਂ ਕਹਿ ਲਈਏ, ਮੈਂ ਸਮਝਦਾ ਕਿ ਉਹਨੂੰ ਅਪਗ੍ਰੇਡ ਕਰਨ ਦੀ ਲੋੜ ਆ। ਸੋ ਕਿਉਂ ਨਾ ਉੱਥੇ ਇੱਕ ਵਧੀਆ ਉਹਦੇ ਨਾਂ ਦਾ ਸਕੂਲ ਬਣਾਇਆ ਜਾਏ, ਉਹਦੇ ਅੱਗੇ ਜਿਹੜੀ ਪਾਰਕ ਬਣਾ ਕੇ ਉਹਦਾ ਸਟੈਚੂ ਲਗਾਇਆ ਜਾਏ ਤਾਂ ਉਹ ਇੱਕ ਪ੍ਰੈਕਟੀਕਲ ਕੰਮ ਕਰੇ ਤੇ ਸਾਨੂੰ ਸਾਰਿਆਂ ਨੂੰ ਮਾਣ ਹੋ ਸਕੇ ਕਿ ਮਨਜੀਤ ਸਿੰਘ ਨੇ ਸ਼ਹਾਦਤ ਦਿੱਤੀ ਹੈ ਮਨੁੱਖਤਾ ਦੀ ਖਾਤਰ। ਪੰਥਦੀਪ ਜੀ, ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਡੈਥ ਹੋ ਜਾਂਦੀ ਹੈ ਜਾਂ ਕੋਈ ਵਿਦੇਸ਼ ਦੇ ਵਿੱਚ ਡੈਥ ਹੋ ਜਾਂਦੀ, ਖਾਸ ਕਰਕੇ ਡੈੱਡ ਬੋਡੀ ਲਿਆਉਣ ਨੂੰ ਬਹੁਤ ਦਿੱਕਤ ਹੋ ਜਾਂਦੀ ਹੈ। ਮੀਡੀਆ ਦੇ ਵਿੱਚ ਗੱਲਾਂ ਬਹੁਤ ਹੋਈਆਂ ਕਿ ਬਹਾਦਰੀ ਕੀਤੀ ਹੈ, ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ ਜਾਂ ਇੱਕ ਮਿਸਾਲ ਬਣੇ ਨੇ ਪੰਜਾਬ ਵਾਸਤੇ, ਦੇਸ਼ ਵਾਸਤੇ। ਪਰ ਮੁਸ਼ਕਿਲ ਪਰਿਵਾਰ ਨੂੰ ਕਿਤੇ ਨਾ ਕਿਤੇ ਡੈੱਡ ਬੋਡੀ ਨੂੰ ਲੈ ਕੇ ਆਈ ਹੋਣੀ ਹੈ, ਕਿਉਂਕਿ ਕਰੋਨਾ ਵੀ ਚੱਲ ਰਿਹਾ। ਇਸ ਦੌਰਾਨ ਵੈਸੇ ਹੀ ਕੰਮ ਜਿਹੜੇ ਸਾਰੇ ਅਟਕੇ ਪਏ ਨੇ, ਔਰ ਉਹ ਵੀ ਵਿਦੇਸ਼ ਦੇ ਵਿੱਚੋਂ ਇੱਕ ਡੈੱਡ ਬੋਡੀ ਲਿਆਉਣਾ। ਕਿਸ ਤਰ੍ਹਾਂ ਦੀ ਦਿੱਕਤ ਆਈ ਔਰ ਕਿਸ ਤਰ੍ਹਾਂ ਇਹ ਮਸਲਾ ਜਿਹੜਾ ਹੱਲ ਹੋਇਆ? ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਜਿਹੜੇ ਗਵਰਨਮੈਂਟ ਅਫੀਸ਼ੀਅਲਸ ਹੈਗੇ ਆ ਤਾਂ ਉਹਨਾਂ ਨੇ ਕਿਸੇ ਨੇ ਵੀ ਇੱਥੇ ਅਪਰੋਚ ਨਹੀਂ ਕੀਤੀ ਕਿ ਉਹਦੀ ਡੈੱਡ ਬੋਡੀ ਅਸੀਂ ਕਿਵੇਂ ਲੈ ਕੇ ਆਣੀ ਆ। ਤਾਂ ਕੁਛ 2 ਦਿਨ ਬਾਅਦ 8 ਤਰੀਕ ਨੂੰ 6 ਨੂੰ ਸਾਨੂੰ ਪਤਾ ਲੱਗਾ ਸੀ। 8 ਤਰੀਕ ਨੂੰ ਮੈਂ ਲੈਟਰਸ ਜਿਹੜੀਆਂ ਨੇ ਉਹ ਕੱਢੀਆਂ ਨੇ ਆਪਣੀ ਗ੍ਰਾਮ ਪੰਚਾਇਤ ਵੱਲੋਂ ਕਿ ਇਹਦੀ ਜਿਹੜੀ ਡੈੱਡ ਬੋਡੀ ਹੈ ਉਹ ਆਉਣੀ ਚਾਹੀਦੀ ਆ। ਦੈਨ ਸੰਨੀ ਦਿਓਲ ਦੇ ਜਿਹੜੇ ਪੀਏ ਆ ਪੰਕਜ ਜੋਸ਼ੀ ਜੀ, ਤੇ ਉਹਨਾਂ ਦੀ ਕਾਲ ਆਈ ਹੈ ਕਿ ਤੁਹਾਨੂੰ ਸਾਡੇ ਲਈ ਕੋਈ ਵੀ ਕੰਮ ਹੋਏ ਤਾਂ ਸਾਨੂੰ ਜ਼ਰੂਰ ਦੱਸੋ। ਤਾਂ ਮੈਂ ਇੱਕੋ ਰਿਕੁਐਸਟ ਕੀਤੀ ਹੈ ਕਿ ਸਰ ਇਹਦੀ ਡੈੱਡ ਬੋਡੀ ਪਿੰਡ ਦੇ ਵਿੱਚ ਲਿਆ ਦਿਓ ਤਾਂ ਕਿ ਘਰ ਵਾਲੇ ਜਿਹੜੇ ਮਾਂ ਬਾਪ ਆ ਉਹਨਾਂ ਦਾ ਜਿਨ੍ਹਾਂ ਦਾ ਰੋ ਬੁਰਾ ਹਾਲ, ਐਟਲੀਸਟ ਆਪਣੇ ਪੁੱਤ ਨੂੰ ਜਾਂਦਿਆਂ ਤਾਂ ਦੇਖ ਲੈਣ ਇੱਕ ਵਾਰ। ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਫਾਦਰ ਮਦਰ ਵੱਲੋਂ ਇੱਕ ਐਪਲੀਕੇਸ਼ਨ ਭੇਜੋ। ਤਾਂ ਮੈਂ ਫਾਦਰ ਮਦਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਸੈਂਡ ਕੀਤੀ ਹੈ। ਜਿਵੇਂ ਜਿਵੇਂ ਉਹ ਕਾਰਵਾਈ ਕਰਦੇ ਗਏ ਆ ਨਾਲ ਨਾਲ ਉਹ ਸਾਨੂੰ ਵੀ ਇੰਟੀਮੇਟ ਕਰਦੇ ਗਏ ਆ। ਸੋ ਮੈਂ ਪੋਲੀਟੀਕਲ ਨਹੀਂ ਆ। ਸੋ ਬੇਸਿਕਲੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ ਕਿ ਮੈਂ ਕਦੀ ਵੀ ਕਿਸੇ ਵੀ 6 ਸਾਲ ਹੋ ਗਏ ਮੈਨੂੰ ਵੀ ਸਰਪੰਚ ਬਣਿਆ ਹੋਇਆ, ਤੇ ਮੈਂ ਕਦੀ ਵੀ ਕਿਸੇ ਵੀ ਮਹਿਕਮੇ ਦੇ ਵਿੱਚ ਇਦਾਂ ਨਹੀਂ ਦੇਖਿਆ ਕਿ ਮੈਂ ਕੋਈ ਲੈਟਰ ਦੇ ਕੇ ਆਇਆ ਤਾਂ ਉਹਦਾ ਮੈਨੂੰ ਨਾਲ ਹੀ ਰਿਪਲਾਈ ਪਤਾ ਲੱਗੇਗਾ ਕਿ ਤੁਹਾਡਾ ਤੇ ਕੀ ਕੀਤਾ ਆ। ਤਾਂ ਸਾਨੂੰ ਖੁਦ ਪੁੱਛਣਾ ਪੈਂਦਾ, ਜਾ ਕੇ ਉੱਥੇ ਖੱਜਲ ਖਵਾਰ ਹੋਈਦਾ। ਜਦੋਂ ਨਹੀਂ ਪਤਾ ਲੱਗਦਾ ਫਿਰ ਅਸੀਂ ਆਰਟੀਆਈ ਦਾ ਸਹਾਰਾ ਲੈਂਦੇ ਹਾਂ, ਫਿਰ ਪਤਾ ਲੱਗਦਾ ਕਿ ਸਾਡੀ ਐਪਲੀਕੇਸ਼ਨ ਤੇ ਕੀ ਬਣਿਆ। ਐਂਡ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਮੈਨੂੰ ਕੁਛ ਅਲੱਗ ਲੱਗਾ। ਜਿਹੜੇ ਵੀ ਇਹਨਾਂ ਨੇ ਕਾਰਵਾਈ ਕੀਤੀ ਹੈ, ਜਿਹਨੂੰ ਵੀ ਈਮੇਲ ਫਾਰਵਰਡ ਕੀਤੀ ਹੈ, ਉਹਦਾ ਨਾਲ ਹੀ ਸਾਨੂੰ ਇੱਕ ਸੀਸੀ ਜਿਹੜਾ ਉਹ ਮੈਨੂੰ ਭੇਜਿਆ ਹੋਇਆ ਮੇਰੀ ਈਮੇਲ ਤੇ। ਐਟ ਲਾਸਟ ਅਮਰੀਕਾ ਤੋਂ ਤਾਂ ਕਾਫੀ ਯਤਨ ਹੋ ਰਹੇ ਸੀ ਕਿ ਉਹਦੀ ਬੋਡੀ ਜਲਦੀ ਤੋਂ ਜਲਦੀ ਇੱਥੋਂ ਆ ਜਾਏ, ਬਟ ਇੰਡੀਆ ਤੋਂ ਇੱਕ ਪ੍ਰੋਬਲਮ ਹੋ ਗਈ ਸੀ ਕਿ ਐਨਓਸੀ ਨਹੀਂ ਸੀ ਮਿਲੀ ਹੈਲਥ ਡਿਪਾਰਟਮੈਂਟ ਵੱਲੋਂ। ਤਾਂ ਫਿਰ ਮੈਂ ਪੰਕਜ ਜੀ ਨਾਲ ਗੱਲ ਕੀਤੀ। ਉਹਨਾਂ ਨੇ ਉਸ ਦਿਨ 15 ਅਗਸਤ ਸੀ, ਸੈਟਰਡੇ ਦਾ ਦਿਨ ਸੀ, ਸੋ ਚਾਂਸਿਸ ਨਹੀਂ ਸੀ ਕਿ ਉਹ ਮੰਡੇ ਤੋਂ ਪਹਿਲਾਂ ਆਫਿਸ ਖੁੱਲ੍ਹੇਗਾ ਤੇ ਫਿਰ ਉਹ ਐਨਓਸੀ ਭੇਜਣਗੇ। ਉਹਨਾਂ ਨੇ ਸੇਮ ਡੇ 15 ਅਗਸਤ ਵਾਲੇ ਦਿਨ ਹੀ ਉਹ ਐਨਓਸੀ ਉਹਨਾਂ ਨੂੰ ਭੇਜੀ, ਤਾਂ ਜਿਹੜੀ ਡੈੱਡ ਬੋਡੀ ਆ ਉਹ ਸੇਮ ਡੇ ਉੱਥੋਂ ਚੱਲ ਪਈ। ਸੋ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸਾਡੇ ਜਿਹੜੇ ਮਾਨਯੋਗ ਐਮਪੀ ਨੇ ਸੰਨੀ ਦਿਓਲ ਜੀ। ਮੈਂ ਇੱਕ ਕੈਮਰੇ ਦੇ ਸਾਹਮਣੇ ਗੱਲ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਉਸ ਸ਼ਖਸ ਸਾਡਾ ਜਿਹੜਾ ਐਮਪੀ ਹੈ ਗੁਰਦਾਸਪੁਰ ਉਹਦੇ ਕੰਮ ਦੀ ਸਿਫਤ ਕਰ ਰਿਹਾ। 8 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ, 17 ਤਰੀਕ ਨੂੰ ਉਹਦੀ ਬੋਡੀ ਜਿਹੜੀ ਆ ਉਹ ਸਾਡੇ ਇੱਥੇ ਕੋਲ ਆ ਗਈ ਸੀ। ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਸੇ ਮਨੁੱਖਤਾ ਦੀ ਨਾਂ 'ਤੇ ਜਿਹਨੇ ਸ਼ਹੀਦੀ ਦਿੱਤੀ ਹੈ ਤਾਂ ਉਹਦੀ ਪਾਰਥਿਕ ਸਰੀਰ ਨੂੰ ਵੀ ਪੂਰਾ ਸਨਮਾਨ ਦੇ ਕੇ ਇਸ ਪਿੰਡ ਦੇ ਵਿੱਚ ਪਹੁੰਚਾਇਆ। ਪੰਥਦੀਪ ਜੀ, ਤੁਸੀਂ ਯੰਗੈਸਟ ਸਰਪੰਚ ਵੀ ਰਹੇ ਹੋ ਇੰਡੀਆ ਦੇ ਵਿੱਚ, ਔਰ ਹੁਣ ਵੀ ਤੁਸੀਂ ਸਰਪੰਚ ਹੋ। ਰਾਜਨੀਤਿਕ ਤੌਰ ਤੇ ਇਹੋ ਕਿਹਾ ਜਾਏਗਾ ਕਿ ਸੰਨੀ ਦਿਓਲ ਨੇ ਸਿਰਫ ਰਾਜਨੀਤੀ ਕਰਕੇ ਇਹ ਕੰਮ ਕਰਵਾਇਆ ਤਾਂ ਕਿ ਉਹਨਾਂ ਦਾ ਜਿਹੜਾ, ਕਿਉਂਕਿ ਲੋਕਾਂ ਦਾ ਕਹਿਣਾ ਕਿ ਉਹ ਇੱਥੇ ਆਉਂਦੇ ਨਹੀਂ, ਆਪਣੇ ਹਲਕੇ ਦੇ ਵਿੱਚ ਬੰਬਈ ਹੀ ਰਹਿੰਦੇ ਨੇ। ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਕਿਆ ਇਹਦੇ ਵਿੱਚ ਕੋਈ ਰਾਜਨੀਤੀ ਸੀਗੀ ਜਾਂ ਤੁਹਾਨੂੰ ਕੋਈ ਰਾਜਨੀਤੀ ਨਜ਼ਰ ਆਈ, ਕਿਉਂਕਿ ਤੁਸੀਂ ਲੰਬਾ ਸਮਾਂ ਪਿੰਡ ਦੀ ਸਰਪੰਚੀ ਕਰਦੇ ਹੋਏ ਗੁਜ਼ਾਰਿਆ? ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਰਾਜਨੀਤੀ ਨਹੀਂ, ਮੈਂ ਇੱਕ ਦਰਦ ਜ਼ਰੂਰ ਦੇਖਿਆ ਕਿ ਇੱਕ ਦਰਦ ਸੀ ਕਿ ਜੇਕਰ ਉਹ ਸਾਡੇ ਪਿੰਡ ਦਾ ਜਿਹੜਾ ਉਹ ਸਾਡੇ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਮੁੰਡਾ ਹੈ ਉਹ ਅਮਰੀਕਾ ਦੇ ਵਿੱਚ 3 ਬੱਚਿਆਂ ਨੂੰ ਬਚਾਉਂਦਿਆਂ ਸ਼ਹੀਦ ਹੋਇਆ, ਤਾਂ ਉਹਦੇ ਮਾਂ-ਬਾਪ ਦਾ ਦਰਦ ਜਿਹੜਾ ਉਹਨਾਂ ਨੇ ਜ਼ਰੂਰ ਦੇਖਿਆ। ਪੰਕਜ ਨਾਲ ਵੀ 5-6 ਵਾਰ ਇਸ ਟੌਪਿਕ ਤੇ ਗੱਲ ਹੋਈ ਹੈ, ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਮੈਨੂੰ ਇੱਕ ਦਰਦ ਜਿਹੜਾ ਉਹ ਝਲਕਿਆ। ਮੈਂ ਰਾਜਨੀਤੀ ਨਹੀਂ ਕਹਾਂਗਾ, ਜੇ ਰਾਜਨੀਤੀ ਹੁੰਦੀ ਤਾਂ ਉਸੇ ਦਿਨ ਅਖਬਾਰਾਂ ਤੇ ਹਰ ਜਗ੍ਹਾ ਬਿਆਨ ਆ ਜਾਣੇ ਸੀ ਕਿ ਸੰਨੀ ਦਿਓਲ ਜੀ ਲੈ ਕੇ ਆਉਣਗੇ ਉਹਦੀ ਡੈੱਡ ਬੋਡੀ ਜਾਂ ਉਹਨਾਂ ਨੇ ਲਿਆਂਦੀ। ਤਾਂ ਆਈ ਥਿੰਕ ਮੈਂ ਅਜੇ ਤੱਕ ਮੀਡੀਆ 'ਚ ਜਾਂ ਕਿਸੇ ਵੀ ਨਿਊਜ਼ਪੇਪਰ ਤੇ ਇਹ ਨਹੀਂ ਅਜੇ ਤੱਕ ਪੜ੍ਹਿਆ ਗਿਆ ਸੰਨੀ ਦਿਓਲ ਵੱਲੋਂ ਬੋਡੀ ਜਿਹੜੀ ਉਹ ਪਹੁੰਚਾਈ ਗਈ ਹੈ। ਬਟ ਮੇਰਾ ਦੱਸਣਾ ਫਰਜ਼ ਬਣਦਾ, ਸੋ ਕਿਉਂਕਿ ਮੈਂ ਪਿੰਡ ਦਾ ਮੋਹਤਬਾਰ ਹਾਂ, ਮੇਰੀ ਰਿਸਪੌਂਸਿਬਿਲਿਟੀ ਵੀ ਸੀ ਕਿ ਉਹਦੀ ਬੋਡੀ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਪਿੰਡ ਦੇ ਵਿੱਚ ਲੈ ਕੇ ਆਵਾਂ। ਬਟ ਸਾਡੀ ਜਿਹੜੀ ਸਭ ਤੋਂ ਵੱਧ ਸਪੋਰਟ ਆ ਉਹ ਸੰਨੀ ਦਿਓਲ ਵੱਲੋਂ ਕੀਤੀ ਗਈ ਆ।
ਧੰਨਵਾਦ ਜੀ। ਥੈਂਕ ਯੂ। ਤੇ ਇਹ ਸਨ ਸਾਡੇ ਨਾਲ ਪਿੰਡ ਛੀਨੇ ਦੇ ਸਰਪੰਚ ਪੰਥਦੀਪ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤੀ ਬਿਲਕੁਲ ਨਹੀਂ ਇਹਦੇ ਵਿੱਚ ਹੋਈ। ਉਹਨਾਂ ਨੇ ਦਰਦ ਸਮਝਿਆ ਮਾਪਿਆਂ ਦਾ, ਜਿਨ੍ਹਾਂ ਦਾ ਬੱਚਾ ਐਕਸਪਾਇਰ ਹੋ ਚੁੱਕਿਆ ਸੀ, ਉਸ ਦੀ ਡੈੱਡ ਬੋਡੀ ਲਿਆਉਣ ਦੇ ਵਿੱਚ ਸਨੀ ਦਿਓਲ ਨੇ ਅਹਿਮ ਰੋਲ ਜਿਹੜਾ ਅਦਾ ਕੀਤਾ ਹੈ। ਔਰ 7C ਨਿਊਜ਼ ਵੀ ਐਸੇ ਨੇਤਾ ਨੂੰ ਔਰ ਐਸੇ ਨੌਜਵਾਨ ਨੂੰ ਜਿਸ ਨੇ ਅਮਰੀਕਾ ਦੇ ਵਿੱਚ 3 ਬੱਚਿਆਂ ਦੀ ਜਾਨ ਬਚਾਈ ਸਲਾਮ ਕਰਦਾ ਹੈ। ਕੈਮਰਾਮੈਨ ਅਭਿਸ਼ੇਕ ਦੇ ਨਾਲ ਸੰਜੀਵ ਮੰਗੋਤਰਾ, 7C ਨਿਊਜ਼, ਪਿੰਡ ਛੀਨਾ, ਗੁਰਦਾਸਪੁਰ।